ਹੁਣ ਅੱਗੇ ਵਧਦੇ ਤੇ ਗੱਲ ਹੋਵੇਗੀ ਖਬਰਾਂ ਦੀ ਵਿਸਥਾਰ ਦੇ ਨਾਲ ਤੇ ਗੱਲ ਹੋਵੇਗੀ ਟਿੱਡੀਆਂ ਦੀ। ਜੀ ਹਾਂ, ਰਾਜਧਾਨੀ ਦਿੱਲੀ ਦੇ ਉੱਤੇ ਇਸ ਸਮੇਂ ਟਿੱਡੀ ਦਲ ਦਾ ਖਤਰਾ ਮੰਡਰਾ ਰਿਹਾ ਹੈ। ਐਨਸੀਆਰ ਦੇ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਟਿੱਡੀ ਦਲ ਪਹੁੰਚ ਚੁੱਕਿਆ ਹੈ। ਗੁਰੂਗ੍ਰਾਮ ਅਤੇ ਫਰੀਦਾਬਾਦ ਦੇ ਵਿੱਚੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜੋ ਤੁਹਾਨੂੰ ਦਿਖਾਵਾਂਗੇ। रेवाड़ी ਅਤੇ ਝੱਜਰ ਦੇ ਵਿੱਚ ਵੀ ਟਿੱਡੀਆਂ ਨੇ ਹਮਲਾ ਬੋਲਿਆ। ਟਿੱਡੀਆਂ ਦੇ ਹਮਲੇ ਦੇ ਨਾਲ ਕਿਸਾਨ ਪਰੇਸ਼ਾਨ ਨੇ। ਥਾਲੀਆਂ ਵਜਾ ਕੇ ਟਿੱਡੀਆਂ ਨੂੰ ਭਜਾਉਣ ਦੇ ਵਿੱਚ ਕਿਸਾਨ ਜੁਟੇ ਹੋਏ ਨੇ। ਤਾਂ ਰਾਜਧਾਨੀ ਦਿੱਲੀ ਦੇ ਉੱਤੇ ਟਿੱਡੀ ਦਲ ਦਾ ਖਤਰਾ ਮੰਡਰਾ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਗੁਰੂਗ੍ਰਾਮ ਅਤੇ ਫਰੀਦਾਬਾਦ ਦੇ ਵਿੱਚ ਟਿੱਡੀ ਦਲ ਪਹੁੰਚੇ। ਖਾਸ ਤੌਰ ਤੇ ਰਿਹਾਇਸ਼ੀ ਇਲਾਕੇ ਦੇ ਵਿੱਚ ਵੀ ਟਿੱਡੀ ਦਲ ਪਹੁੰਚ ਗਿਆ। ਹਾਲਾਂਕਿ ਕਿਸਾਨਾਂ ਦੇ ਲਈ ਜ਼ਿਆਦਾ ਦਿੱਕਤ ਹੁੰਦੀ ਹੈ। ਕਿਸਾਨਾਂ ਦੀ ਫਸਲ ਦੇ ਉੱਤੇ ਬਹੁਤ ਵੱਡਾ ਨੁਕਸਾਨ ਟਿੱਡੀ ਦਲ ਦਾ ਹੁੰਦਾ ਹੈ। ਤਾਂ ਇਸ ਸਮੇਂ ਤੁਸੀਂ ਦੇਖੋ ਜਿਹੜੇ ਜ਼ਿਲ੍ਹੇ ਨੇ ਹਰਿਆਣਾ ਦੇ रेवाड़ी ਝੱਜਰ फरीदाबाद ਤੇ ਗੁਰੂਗ੍ਰਾਮ ਇਹਨਾਂ ਦੇ ਵਿੱਚ ਟਿੱਡੀ ਦਲ ਦਾ ਖਤਰਾ ਸਾਫ਼ ਤੌਰ ਤੇ ਮੰਡਰਾ ਰਿਹਾ ਹੈ। ਤੇ ਰਿਹਾਇਸ਼ੀ ਇਲਾਕੇ ਗੁਰੂਗ੍ਰਾਮ ਤੇ ਫਰੀਦਾਬਾਦ ਦੇ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਵੀ ਟਿੱਡੀ ਦਲ ਇਸ ਸਮੇਂ ਪਹੁੰਚਿਆ ਹੋਇਆ ਤੇ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਕਰੋੜਾਂ ਦੀ ਗਿਣਤੀ ਦੇ ਵਿੱਚ ਟਿੱਡੀਆਂ ਉੱਥੇ ਪਹੁੰਚੀਆਂ ਨੇ। ਉਹਨਾਂ ਦਾ ਟੈਰਰ ਸਾਫ਼ ਤੌਰ ਦੇ ਉੱਤੇ ਨਜ਼ਰ ਆ ਰਿਹਾ ਹੈ। ਰਾਜਧਾਨੀ ਦਿੱਲੀ ਦੇ ਉੱਤੇ ਵੀ ਇਸ ਕਰਕੇ ਖਤਰਾ ਮੰਡਰਾ ਰਿਹਾ ਹੈ। ਗੁਰੂਗ੍ਰਾਮ ਤੇ ਫਰੀਦਾਬਾਦ ਇਹ ਦੋ ਵੱਡੇ ਸ਼ਹਿਰ ਨੇ ਦਿੱਲੀ ਐਨਸੀਆਰ ਦਾ ਹਿੱਸਾ ਤੇ ਰਾਜਧਾਨੀ ਦਿੱਲੀ ਦੇ ਵਿੱਚ ਵੀ ਟਿੱਡੀ ਦਲ ਦਸਤਕ ਦੇ ਸਕਦਾ ਹੈ। ਇਹ ਵੀ ਦੱਸਿਆ ਜਾ ਰਿਹਾ ਕਿ ਟਿੱਡੀ ਦਲ ਦੀ ਜਿਹੜੀ ਤਾਦਾਦ ਹੁੰਦੀ ਹੈ ਉਹ 10 ਕਿਲੋਮੀਟਰ ਤੇ 6 ਕਿਲੋਮੀਟਰ ਇਹ ਪੂਰਾ ਇੱਕ ਜਾਲ ਦੀ ਤਰ੍ਹਾਂ ਅੱਗੇ ਵੱਧਦਾ ਹੈ। 10 ਕਿਲੋਮੀਟਰ ਲੰਬਾ ਪੂਰਾ ਸਟ੍ਰੈਚ ਤੇ ਨਾਲ ਹੀ 6 ਕਿਲੋਮੀਟਰ ਚੌੜਾ। ਤੁਸੀਂ ਸੋਚ ਕੇ ਦੇਖੋ ਕਿ 10 ਕਿਲੋਮੀਟਰ ਲੰਬੇ ਪੂਰੇ ਅਸਮਾਨ ਦੇ ਵਿੱਚ ਟਿੱਡੀਆਂ ਹੋਣ, 6 ਕਿਲੋਮੀਟਰ ਉਹਨਾਂ ਦੀ ਚੜਾਈ ਹੋਵੇ ਤਾਂ ਕਿੰਨਾ ਵੱਡਾ ਜਾਲ ਤੁਹਾਨੂੰ ਅਸਮਾਨ ਦੇ ਵਿੱਚ ਨਜ਼ਰ ਆਏਗਾ। ਤਾਂ ਇਹ ਟਿੱਡੀਆਂ ਦਾ ਖਤਰਾ ਇਸ ਸਮੇਂ ਦਿੱਲੀ ਦੇ ਵਿੱਚ ਸਾਫ਼ ਤੌਰ ਤੇ ਮੰਡਰਾ ਰਿਹਾ ਹੈ। खतरनाक है टिड्डी दल कितना को खतरनाक है भी समझाने की कोशिश कर रहे हैं। एक दिन 150 किलोमीटर तक का सफर तय कर लेंदा है। टिड्डी दल हवा के रुख दे नाल चलदा है। जिस साइड की हवा होगी उस साइड वाल टिड्डी दल ਵਧਣਾ शुरू हो जाएगा। ਤੇ ਇੱਕ ਝੁੰਡ ਦੇ ਵਿੱਚ ਲੱਖਾਂ ਕਰੋੜਾਂ ਟਿੱਡੀਆਂ ਹੁੰਦੀਆਂ ਨੇ। ਉਹਨਾਂ ਦੀ ਤਾਦਾਦ ਲੱਖਾਂ ਕਰੋੜਾਂ ਦੇ ਵਿੱਚ ਹੋ ਸਕਦੀ ਹੈ। ਤਾਂ ਇਹਨਾਂ ਦੇ ਕਿੰਨੇ ਖਤਰਨਾਕ ਹੋ ਸਕਦੇ ਨੇ ਅੰਦਾਜ਼ਾ ਲਗਾਇਆ ਸਕਦਾ ਹੈ। 20 ਤੋਂ 25 ਮਿੰਟ ਦੇ ਵਿੱਚ ਪੂਰੀ ਫਸਲ ਜਿੰਨੀ ਫਸਲ ਦੇ ਉੱਤੇ ਜਾ ਕੇ ਟਿੱਡੀ ਦਲ ਬੈਠਿਆ, ਚਾਹੇ 2 ਏਕੜ ਚ ਹੋਵੇ, 5 ਚ ਹੋਵੇ, 10 ਚ ਹੋਵੇ, ਜਿੱਥੇ ਜਿੱਥੇ ਜਾ ਕੇ ਟਿੱਡੀ ਦਲ ਬੈਠ ਗਿਆ 20 ਤੋਂ 25 ਮਿੰਟ ਦੇ ਵਿੱਚ ਖਤਮ ਪੂਰੀ ਫਸਲ। ਇੱਕ ਟਿੱਡੀ ਦਾ ਵਜ਼ਨ 2 ਗ੍ਰਾਮ ਦੇ ਕਰੀਬ ਹੁੰਦਾ। ਟਿੱਡੀ ਆਪਣੇ ਵਜ਼ਨ ਜਿੰਨਾ ਹੀ ਖਾਂਦੀ ਹੈ ਪਰ ਇੱਕ ਪੱਤੇ ਦੇ ਉੱਤੇ ਜਾ ਕੇ ਵੀ ਕਈ ਟਿੱਡੀਆਂ ਬੈਠ ਜਾਂਦੀਆਂ ਨੇ ਤਾਂ ਪੂਰੀ ਫਸਲ ਕੁਝ ਹੀ ਮਿੰਟਾਂ ਦੇ ਵਿੱਚ ਤਬਾਹ ਕਰ ਦਿੰਦੀ ਹੈ। ਟਿੱਡੀ ਦਲ ਨੂੰ ਰੇਤਲਾ ਇਲਾਕਾ ਜਿਹੜਾ ਹੁੰਦਾ ਹੈ ਉਹ ਪਸੰਦ ਹੁੰਦਾ ਹੈ। ਇੱਕ ਟਿੱਡੀ ਇੱਕ ਵਾਰ ਦੇ ਵਿੱਚ 150 ਅੰਡੇ ਦਿੰਦੀ ਹੈ ਤੇ ਇਹਨਾਂ ਦੀ ਜਿਹੜੀ ਤਾਦਾਦ ਹੈ ਉਹ ਕੁਝ ਹੀ ਘੰਟਿਆਂ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਵੱਧਦੀ ਹੈ। ਬਹੁਤ ਤੇਜ਼ੀ ਦੀ ਰਫ਼ਤਾਰ ਦੇ ਨਾਲ ਇਹਨਾਂ ਦੀ ਤਾਦਾਦ ਵੱਧਦੀ ਹੈ। ਟਿੱਡੀ ਦਲ ਨੂੰ ਕਿਵੇਂ ਉਡਾਇਆ ਜਾ ਰਿਹਾ, ਕਿਸ ਤਰੀਕੇ ਨਾਲ ਭਜਾਇਆ ਜਾਂਦਾ ਹੈ, ਆਮ ਤੌਰ ਤੇ ਗਿਆਤ ਹੋਏਗਾ ਪੀਪੇ ਖੜਕਾ ਕੇ ਜਾਂ ਹੋਰ, ਕਿਉਂਕਿ ਸ਼ੋਰ ਦੇ ਨਾਲ ਜਿਹੜੀਆਂ ਟਿੱਡੀਆਂ ਨੇ ਉਹ ਭੱਜਦੀਆਂ ਨੇ ਉੱਤੇ ਉੜ ਜਾਂਦੀਆਂ ਨੇ ਇੱਕ ਥਾਂ ਤੋਂ। ਤਾਂ ਢੋਲ ਵਜਾ ਕੇ ਝੱਜਰ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਢੋਲ ਵਜਾ ਕੇ ਟਿੱਡੀਆਂ ਨੂੰ ਉੱਥੋਂ ਭਜਾਉਣ ਦੀ ਕੋਸ਼ਿਸ਼ ਹੈ ਤੇ ਨਾਲ ਹੀ ਲੋਕਾਂ ਨੂੰ ਵੀ ਅਗਾਹ ਕੀਤਾ ਜਾ ਰਿਹਾ ਹੈ ਇਸ ਸ਼ਖਸ ਦੇ ਵੱਲੋਂ ਟਿੱਡੀ ਦਲ ਦੇ ਇਸ ਪੂਰੇ ਖਤਰੇ ਤੋਂ। ਆਪਣਾ ਖੇਤਾਂ ਵਿੱਚ ਪਹੁੰਚ ਜਾ। ट्रैक्टर पर डीजे बाजन दे या ट्रैक्टर नहीं है तो अपनी थाली लेके जा और खुद को कर दे भाई, टिड्डी बाज जाएंगी, नहीं तो बहुत ज्यादा नुकसान कर देंगे टिड्डी। कट जला में टिड्डी आगी से खान पर खुर्द में मुनादी करीदा से के सब जमींदार अपना अपना खेता में पहुंच जा। ट्रैक्टर पर डीजे टिड्डी आगी से
ਅੱਗੇ ਵਧਦੇ ਤੇ ਹੁਣ ਗੱਲ ਕਿਸਾਨਾਂ ਦੀ ਅਸੀਂ ਕਰਾਂਗੇ। ਐਮਐਸਪੀ ਤੇ ਕੇਂਦਰੀ ਖੇਤੀਬਾੜੀ ਮੰਤਰੀ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਕਿਉਂਕਿ ਕੇਂਦਰ ਦੇ ਆਰਡੀਨੈਂਸ ਨੂੰ ਲੈ ਕੇ ਬਵਾਲ ਮਚਿਆ ਹੋਇਆ ਪੰਜਾਬ ਦੇ ਵਿੱਚ ਸਿਆਸਤ ਪੱਕੀ ਹੋਈ ਹੈ ਤੇ ਕੇਂਦਰੀ ਖੇਤੀਬਾੜੀ ਮੰਤਰੀ ਕੀ ਕਹਿ ਰਹੇ ਨੇ ਉਹ ਤੁਹਾਨੂੰ ਸੁਣਾਵਾਂਗੇ। ਦਰਅਸਲ ਐਮਐਸਪੀ ਦੇ ਉੱਤੇ ਉਹਨਾਂ ਨੇ ਵੱਡਾ ਬਿਆਨ ਦਿੱਤਾ ਤੇ ਕਿਹਾ ਕਿ ਕਿਸੇ ਵੀ ਕੀਮਤ ਦੇ ਉੱਤੇ ਐਮਐਸਪੀ ਨੂੰ ਖਤਮ ਨਹੀਂ ਕੀਤਾ ਜਾਏਗਾ। ਐਮਐਸਪੀ ਕੱਲ ਵੀ ਸੀ, ਅੱਗੇ ਵੀ ਜਾਰੀ ਰਹੇਗੀ। ਕੇਂਦਰ ਦੇ ਫੈਸਲੇ ਦੇ ਨਾਲ ਕਿਸਾਨਾਂ ਦੀ ਆਮਦਨ ਵਧੇਗੀ, ਕਿਸਾਨਾਂ ਨੂੰ ਕਿਤੇ ਵੀ ਫਸਲ ਵੇਚਣ ਦੀ ਆਜ਼ਾਦੀ ਹੋ ਸਕੇਗੀ। सूबे के अधिकारों का कोई हनन नहीं है। नरेंद्र सिंह तोमर यह भी जिक्र करते नजर आए। ऑर्डीनेंस के उत्ते किसानों को गुमराह कर रही है कांग्रेस। चोण वादियां ते तोमर ने कैप्टन को घेरिया है। कैप्टन ने अपने वादे वफा नहीं किए, कर्जा माफ नहीं किया गया, घर घर रोजगार नहीं दिते गए, पंजाब नशा मुक्त नहीं हो सकिया, पंजाब कंगाली दे वल वध रहा है, भ्रिष्टाचार जोरां ते है। ये सारे इल्जाम बीजेपी के वल्लों लगाए जा रहे हैं। दरअसल वर्चुअल रैली की गई बीजेपी के वल्लों अज पंजाब दे विच ते केंद्रीय खेतीबाड़ी मंत्री इस रैली को संबोधन करते नजर आए। उन्होंने उत्ते पहले ही बहुत नजर सी ते उन्होंने एमएसपी का जिक्र भी किया कि एमएसपी को लेकर कोई चिंता करने की जरूरत नहीं। एमएसपी हुण भी है ते अगे भी जारी रहेगी। भारतीय जनता पार्टी और नरेंद्र मोदी जी की सरकार यह किसानों के लिए समर्पित है, गांव के लिए समर्पित है, गरीब के लिए समर्पित है। और जहां तक एमएसपी का सवाल है, एमएसपी कल भी थी, एमएसपी आज भी है और एमएसपी आगे भी जारी रहेगी। किसी को भ्रम में आने की आवश्यकता इस मामले में नहीं है। कैप्टन साहब मुख्यमंत्री हैं। यह सरकार जब चुनाव लड़ रही थी, कांग्रेस पार्टी के उम्मीदवार मैदान में थे, तो उस समय मुझे ध्यान है, मुझे भी पंजाब में पार्टी का काम करने का अवसर मिला था और उस समय कांग्रेस ने यह कहा था कि हम सरकार में आएंगे तो किसानों का पूरा पूरा कर्जा माफ करेंगे। दूसरा उनके घोषणा पत्र में यह था कि हम पंजाब के हर बेरोजगार को नौकरी देने का काम करेंगे। और तीसरा उन्होंने कहा था कि पंजाब को हम नशे से मुक्त कर देंगे। लेकिन मुझे बहुत ही दुख के साथ यह कहना पड़ता है कि न तो किसानों का कर्जा माफ हुआ, न बेरोजगारी दूर हुई और न पंजाब नशे से मुक्त हुआ। और मैं ये कहूं तो किसी को अतिशयोक्ति नहीं होनी चाहिए कि इस कांग्रेस की सरकार के कार्यकाल में पंजाब कंगाली की ओर जा रहा है। नरेंद्र मोदी जी के नेतृत्व में यह रिफॉर्म किया गया कि किसान अपनी प्रोड्यूस को स्वतंत्रता पूर्वक किसी भी स्थान से बेच सकता है। वह अपने खेत से भी बेच सकता है, घर से भी बेच सकता है, वेयर हाउस से भी बेच सकता है, कोल्ड स्टोरेज से भी बेच सकता है। मंडी जो राज्य की है, उस मंडी की चार दीवारी के बाहर किसान कहीं से भी और कहीं तक भी वह अपने उत्पादन का व्यापार कर सकता है। देश के कृषि मंत्री जी ने पंजाब के पत्रकारों ਨੂੰ, दिल्ली के पत्रकारों ਨੂੰ बड़े दम नाल, बड़े जोर नाल ये गल कही, एमएसपी सी, एमएसपी है, एमएसपी रहेगी। ਉਹਦੇ बावजूद भी सर्वदलीय बैठक के अंदर जिस प्रकार की नोटंकी, जिस प्रकार का प्रपंच कांग्रेस ने रचा, ਉਹਦਾ सीधा सीधा कारण है कि कांग्रेस अपना आधार खो चुकी है। और मैं ये गल पूछना चाहना, खेत किसान दा, बीज किसान दा, फसल किसान दी, और उन्होंने क्या अपनी फसल नू एमएसपी तो ऊपर अगर भाव मिले तो बेचन दा अधिकार देश की आजादी के 73 वरियां बाद भी नहीं मिलना चाहिए। अगे ਵਧਦੇ ਤੇ ਹੁਣ कोरोना ਦੇ ਨਾਲ जुड़े हुए अपडेट ਤੁਹਾਨੂੰ ਦਵਾਂਗੇ। पूरे अंकड़े की कुछ